everyone, today is day 19th of previous year's question paper series। ਸੈਸ਼ਨ ਦੀ ਸ਼ੁਰੂਆਤ ਕਰਨ ਤੋਂ ਪਹਿਲੇ ਸਭ ਨੂੰ ਹਰ ਹਰ ਮਹਾਦੇਵ ਤੇ ਜਿਹੜੇ ਪਹਿਲੀ ਵਾਰੀ ਚੈਨਲ ਤੇ ਵਿਜ਼ਿਟ ਕਰ ਰਹੇ ਨੇ ਪਲੀਜ਼ ਜਾ ਕੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਲਾਈਕ ਜ਼ਰੂਰ ਕਰ ਦੇਣ ਵੀਡੀਓ ਨੂੰ। ਅੱਜ ਦੇ ਕੁਐਸਚਨਸ ਜਿਹੜੇ ਹੋਣਗੇ ਉਹ ਰਿਲੇਟਡ ਹੋਣਗੇ ਹਿਸਟਰੀ ਦੇ। ਸੋ ਸਟਾਰਟ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਤੋਂ। Consider the following liquid assets. So ਇੱਥੇ ਚਾਰ liquid assets ਦਿੱਤੇ ਗਏ ਨੇ, demand deposit with the bank, time deposit with the bank, saving deposit with the bank, and the fourth one is currency. The correct sequence of the decreasing order of liquidity is ਆਪਾਂ correct sequence ਦੇ ਵਿੱਚ ਲਗਾਣਾ ਹੈ ਇਹਨਾਂ ਨੂੰ decreasing order of liquidity ਦੇ ਆਧਾਰ ਤੇ, ਮਤਲਬ ਕਿ ਜਿਹੜੇ ਸਭ ਤੋਂ ਜ਼ਿਆਦਾ liquidity ਹੋਏਗੀ ਉਹ ਸਭ ਤੋਂ ਪਹਿਲੇ ਆਏਗਾ। ਸੋ ਇਹਨਾਂ ਦੇ ਵਿੱਚੋਂ ਹੈਗਾ ਜੀ currency। currency ਜਿਹੜਾ ਹੈ ਉਹ most liquid ਹੈਗਾ because you can use it as when you want। so currency ਜਿਹੜਾ ਹੈ ਪਹਿਲੇ ਆਏਗਾ। options ਦੇਖ ਲੈਂਦੇ ਆ। options ਦੇ ਵਿੱਚ A ਜਿਹੜਾ ਬਿਲਕੁਲ ਕੱਟ ਗਿਆ। ਹੁਣ ਆਪਾਂ ਦੇਖਣਾ B C D ਦੇ ਵਿੱਚੋਂ least liquidity ਦੇਖ ਲੈਂਦੇ ਆ। least liquidity ਜਿਹੜੀ ਹੋਏਗੀ ਉਹ ਹੋਏਗੀ second ਦੀ time deposit ਤੇ, ਕਿਉਂਕਿ time deposit ਦੇ ਅਕੋਰਡਿੰਗ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਫਿਕਸਡ ਡਿਪੋਜ਼ਿਟ। ਫਿਕਸਡ ਡਿਪੋਜ਼ਿਟ ਦੀ ਜਿਹੜੀ ਲਿਕੁਇਡਿਟੀ ਹੁੰਦੀ ਹੈ ਉਹ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਡਿਮਾਂਡ ਡਿਪੋਜ਼ਿਟ ਐਂਡ ਸੇਵਿੰਗ ਡਿਪੋਜ਼ਿਟ। ਸੋ ਲਾਸਟ ਦੇ ਵਿੱਚ ਆ ਜਾਏਗਾ 2। ਆਪਸ਼ਨ B ਵੀ ਕੱਟ ਗਿਆ। C ਤੇ D ਦੇ ਵਿੱਚੋਂ ਦੇਖਣਾ ਹੁਣ ਸੇਵਿੰਗ ਡਿਪੋਜ਼ਿਟ ਤੇ ਡਿਮਾਂਡ ਡਿਪੋਜ਼ਿਟ ਦੇ ਵਿੱਚੋਂ ਡਿਮਾਂਡ ਡਿਪੋਜ਼ਿਟ ਦੀ ਜਿਹੜੀ ਲਿਕੁਇਡਿਟੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਸੇਵਿੰਗ ਡਿਪੋਜ਼ਿਟ। ਸੋ ਜਿਹੜਾ ਸਾਡਾ ਸੀਕੁਐਂਸ ਬਣੇਗਾ ਉਹ ਬਣੇਗਾ 4 1 3 2, ਜਿਹੜਾ ਕੀ ਹੈਗਾ ਆਪਸ਼ਨ C ਤੇ ਆਨਸਰ ਆ ਜਾਏਗਾ ਆਪਸ਼ਨ C। Where is the stock exchange located in ਪੰਜਾਬ? ਕਹਿੰਦੇ ਸਟਾਕ ਐਕਸਚੇਂਜ ਕਿੱਥੇ ਹੈਗਾ ਪੰਜਾਬ ਦੇ ਵਿੱਚ? ਆਪਸ਼ਨ ਹੈ ਜਲੰਧਰ, B ਪਟਿਆਲਾ, C ਅੰਮ੍ਰਿਤਸਰ, D none of the above। ਸੋ ਆਨਸਰ ਆਏਗਾ none of the above, ਕਿਉਂਕਿ 1983 ਦੇ ਵਿੱਚ ਇੱਕ ਸਟਾਕ ਐਕਸਚੇਂਜ ਇਸਟੈਬਲਿਸ਼ ਕੀਤਾ ਗਿਆ ਸੀਗਾ ਜਿਹੜਾ ਕਿ ਲੁਧਿਆਣਾ ਸੀ ਤੇ ਨਾਮ ਸੀਗਾ ਲੁਧਿਆਣਾ ਸਟਾਕ ਐਕਸਚੇਂਜ, ਜਿਹੜਾ ਕਿ ਹੁਣ ਡਿਫੰਕਟ ਹੈਗਾ ਯਾਨੀ ਕਿ no longer exist। ਸੋ ਇਹਦਾ ਆਪਸ਼ਨ ਜਿਹੜਾ D ਆ ਜਾਏਗਾ ਆਨਸਰ none of the above। 80th ਕੁਐਸਚਨ ਹੈਗਾ ਮੈਚ ਦ ਫੋਲੋਇੰਗ। ਇੱਕ ਸਾਈਡ ਸਾਨੂੰ ਆਥਰ ਦਿੱਤੇ ਨੇ, ਇੱਕ ਸਾਈਡ ਉਹਨਾਂ ਦੀਆਂ ਰਾਈਟਿੰਗਸ ਦਿੱਤੀਆਂ ਨੇ ਤੇ ਆਪਾਂ ਇਹਨਾਂ ਨੂੰ ਮੈਚ ਕਰਨਾ ਹੈ। ਪਹਿਲੇ ਹੈਗੇ ਮਿਨਹਾਜ ਅਲ ਸਿਰਜ ਜੁਜ਼ਲਾਨੀ, ਜਿਨ੍ਹਾਂ ਦੀ ਰਾਈਟਿੰਗ ਹੈਗੀ ਹੈ ਥਰਡ ਤਦਾਕਤ-ਈ ਨਸੀਰੀ। ਇਹ ਜਿਹੜੇ ਸੀਗੇ ਮਿਨਹਾਜ ਅਲ ਸਿਰਜ ਜੁਜ਼ਲਾਨੀ ਜਿਹੜੇ ਸੀਗੇ ਮਿਡੀਵੀਅਲ ਹਿਸਟੋਰੀਅਨ ਸੀਗੇ। ਮਿਡੀਵੀਅਲ ਹਿਸਟੋਰੀਅਨ। ਨੈਕਸਟ ਹੈਗੇ ਜ਼ਿਆਦੁਦੀਨ ਬਰਾਨੀ, ਜਿਹੜੇ ਜ਼ਿਆਦੁਦੀਨ ਬਰਾਨੀ ਸੀਗੇ ਮੁਸਲਿਮ ਪੋਲੀਟੀਕਲ ਥਿੰਕਰ ਆਫ ਦਿੱਲੀ ਸਲਤਨਤ ਦੇ ਸੀਗੇ। ਸੋ ਇਹਨਾਂ ਦੀ ਜਿਹੜੀ ਰਾਈਟਿੰਗ ਹੈਗੀ ਹੈ ਉਹ ਹੈਗੀ ਹੈ ਫਤਵਾ-ਈ ਜਹਾਂਦਾਰੀ। ਸਭ ਤੋਂ ਪਹਿਲੇ ਆਇਆ 3, ਫਿਰ ਆਇਆ 2। ਨੈਕਸਟ ਹੈਗੇ ਹੈ ਇਸਾਮੀ। ਇਸਾਮੀ ਦੀ ਜਿਹੜੀ ਰਾਈਟਿੰਗ ਹੈਗੀ ਇਹਨਾਂ ਦੇ ਵਿੱਚੋਂ ਉਹ ਹੈਗੀ ਹੈ 4th, ਫਤੂ ਉਸ ਸਲਾਤੀਨ। देयरफॉर 1 आ गया, 3 2 4 1 ਜਿਹੜਾ ਹੈਗਾ ਉਹ ਹੈਗਾ ਆਪਸ਼ਨ C आंसर। नेक्स्ट, मंसूर द कोर्ट पेंटर ऑफ जहांगीर वाज मोस्ट फेमस फॉर पेंटिंग विच ऑफ द फॉलोइंग। कहते मंसूर ਜਿਹੜਾ ਸੀਗਾ, मंसूर नाम ਦਾ ਬੰਦਾ ਕੋਰਟ पेंटर ਸੀਗਾ ਜਹਾਂਗੀਰ ਦੇ ਦਰਬਾਰ ਦੇ ਵਿੱਚ, ਉਹਦੀ ਫੇਮਸ ਪੇਂਟਿੰਗ ਕਿਹੜੀ ਹੈ ਇਹਨਾਂ ਦੇ ਵਿੱਚੋਂ? ਆਪਸ਼ਨ ਨੇ ਹਿਸਟੋਰੀਕਲ ਮੋਨੂਮੈਂਟ, B ਹਿਊਮਨ ਪੋਰਟਰੇਟਸ, C लैंडस्केप, D प्लांट्स बर्ड्स एंड एनिमल्स। सो ਇਹਦਾ ਆਨਸਰ ਹੋਏਗਾ ਆਪਸ਼ਨ D प्लांट्स बर्ड्स एंड एनिमल्स। ਦੋ ਫੇਮਸ ਪੇਂਟਿੰਗਸ ਹੋਈਆਂ ਸੀ ਮਨਸੂਰ ਦੀਆਂ ਜਿਹੜੀਆਂ ਕਿ ਸੀਗੀਆਂ ਜਿਹਦੇ ਕਰਕੇ ਉਹ ਜਾਣਿਆ ਜਾਂਦਾ ਸੀ। ਪਹਿਲੀ ਸੀਗੀ ਸਿਬੇਰੀਅਨ ਕ੍ਰੇਨ, ਤੇ ਦੂਸਰੀ ਸੀਗੀ ਜੀ ਬੰਗਾਲ फ्लोरिकन। Next question, there were 5 major political centers in the Mauryan Empire, including the capital Patliputra and 4 provincial centers. Which one of the following is not among us these provincial centers? ਕਹਿੰਦੇ ਟੋਟਲ 5 ਮੇਜਰ ਪੋਲੀਟੀਕਲ ਸੈਂਟਰਸ ਹੁੰਦੇ ਸੀ ਮੌਰੀਅਨ ਐਮਪਾਇਰ ਦੇ ਵਿੱਚ। ਇੱਕ ਪਾਟਲੀਪੁੱਤਰ ਹੁੰਦਾ ਸੀ ਇੰਪੀਰੀਕਲ ਸੈਂਟਰ ਤੇ 4 ਪ੍ਰੋਵਿੰਸ਼ੀਅਲ ਸੈਂਟਰਸ ਹੁੰਦੇ ਸੀ। ਸੋ ਉਹਨਾਂ ਦੇ ਵਿੱਚੋਂ ਇਹਨਾਂ 4 ਆਪਸ਼ਨਸ ਦਿੱਤੀਆਂ ਹੈ, ਕਿਹੜਾ ਨਹੀਂ ਹੈ ਆਪਾਂ ਇਹ ਦੇਖਣਾ। ਪਹਿਲਾ ਜਿਹੜਾ ਹੈਗਾ ਉਹ ਹੈਗਾ ਕੁਸ਼ੰਬੀ। ਸੋ ਇਹਦਾ ਆਨਸਰ ਕੁਸ਼ੰਬੀ ਹੀ ਹੋਏਗਾ, ਕਿਉਂਕਿ ਜਿਹੜਾ ਉਜੈਨ ਹੈਗਾ ਹੈ ਉਹ ਹੈਗਾ ਵੈਸਟ ਦੇ ਵਿੱਚ ਸੈਂਟਰ, ਤੋਸਾਲੀ ਜਿਹੜਾ ਹੈ ਉਹ ਈਸਟ ਦੇ ਵਿੱਚ ਸੀਗਾ, ਸੁਵਰਾ ਨਗਰੀ ਜਿਹੜਾ ਸੀਗਾ ਉਹ ਸੀਗਾ ਜੀ ਸਾਊਥ ਦੇ ਵਿੱਚ,
ਤੇ ਜਿਹੜਾ ਚੌਥਾ ਸੈਂਟਰ ਸੀਗਾ ਉਹ ਸੀਗਾ ਤਕਸ਼ਿਲਾ। ਤਕਸ਼ਿਲਾ ਜਿਹੜਾ ਸੀਗਾ ਉਹ ਸੀਗਾ ਨਾਰਥ ਦੇ ਵਿੱਚ ਸੈਂਟਰ। ਸੋ ਨਾਰਥ ਵੈਸਟ ਈਸਟ ਸਾਊਥ ਨੂੰ ਮਿਲਾ ਕੇ ਤੇ ਸੈਂਟਰ ਦੇ ਵਿੱਚ ਸੀਗਾ ਪਾਟਲੀਪੁੱਤਰ। ਇਹ 5 ਮੇਜਰ ਪੋਲੀਟੀਕਲ ਸੈਂਟਰਸ ਹੁੰਦੇ ਸੀ ਮੌਰੀਅਨ ਐਮਪਾਇਰ ਦੇ ਵਿੱਚ। ਨੈਕਸਟ ਹੈ ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਦੇਖਣੀ ਹੈ, ਇਹਨਾਂ ਦੇ ਵਿੱਚੋਂ ਕਰੈਕਟ ਕਿਹੜਾ ਉਹ ਦੇਖਣਾ। ਪ੍ਰਭਾਵਤੀ ਗੁਪਤਾ ਵਾਸ ਦ ਡਾਟਰ ਆਫ ਵਨ ਆਫ ਦ ਮੋਸਟ ਇੰਪੋਰਟੈਂਟ ਰੂਲਰਸ ਇਨ अर्ਲੀ ਇੰਡੀਅਨ ਹਿਸਟਰੀ, ਚੰद्रगुप्त वन। ਸੋ ਪ੍ਰਭਾਵਤੀ ਗੁਪਤਾ ਜਿਹੜੀ ਸੀਗੀ ਉਹ ਕੁੜੀ ਸੀਗੀ one of the most important rulers in early Indian history, चंद्रगुप्त वन। सो ये ਜਿਹੜਾ ਆਪਸ਼ਨ ਹੈ ਬਿਲਕੁਲ ਗਲਤ ਹੈ, ਕਿਉਂਕਿ ਜਿਹੜੀ ਪ੍ਰਭਾਵਤੀ ਸੀਗੀ ਉਹ ਡਾਟਰ ਸੀਗੀ ਚੰद्रगुप्त II ਦੀ, ਜਿਹਨੂੰ ਕਿ ਅਸੀਂ ਚੰद्रगुप्त विक्रमादित्य ਦੇ ਨਾਮ ਤੋਂ ਵੀ ਜਾਣਦੇ ਆ। ਸੈਕੰਡ ਹੈਗਾ she was married into ruling family of ਵਕਾਟਕ who were powerful in the Deccan। ਸੋ ਇਹ ਬਿਲਕੁਲ ਸਹੀ ਹੈ, ਉਹ ਵਕਾਟਕਾਂ ਦੇ ਪਰਿਵਾਰ ਦੇ ਵਿੱਚ ਹੀ ਵਿਆਹੀ ਹੋਈ ਸੀ। ਸੋ ਇਹਦਾ ਆਨਸਰ ਹੋਏਗਾ ਓਨਲੀ 2। करेक्ट देखना ना आप। सो ओनली 2 ਇਹਦਾ ਆਨਸਰ ਆ ਜਾਏਗਾ। ਕੰਸੀਡਰ ਦ ਫੋਲੋਇੰਗ ਸਟੇਟਮੈਂਟਸ। ਫਿਰ ਅਸੀਂ ਸਟੇਟਮੈਂਟਸ ਦੇਖਣੀ ਹੈ ਤੇ ਇਹਨਾਂ ਦੇ ਵਿੱਚੋਂ ਕਰੈਕਟ ਦੇਖਦੇ ਹਾਂ ਕਿ ਕਿਹੜਾ ਹੈ। ਸੋ ਸਤਿਵਾਹਨਾ ਰੂਲਰਸ ਵਰ ਆਇਡੈਂਟੀਫਾਈਡ ਥਰੂ ਮੈਟਰੋਨਿਮਿਕਸ ਨੇਮਡ ਡਰਾਈਵਡ ਫਰੋਮ दैट ऑफ द मदर। ਬਿਲਕੁਲ ਸਹੀ, ਮਦਰ ਦੇ ਨਾਮ ਤੋਂ ਜਾਣੇ ਜਾਂਦੇ ਸੀਗੇ ਜਿਹੜੇ ਸਤਾਵਨਾਹ ਸੀਗੇ। ਨੈਕਸਟ ਹੈਗਾ ਹੈ ਇਨ ਸਤਾਵਨਾਹ ਰੂਲਰਸ ਦ ਸਕਸੈਸ਼ਨ ਟੂ ਦ ਥਰੋਨ ਵਾਸ ਜਨਰਲੀ ਪੈਟਰੀਲੀਨੀਅਲ, यानी कि पितृवंशी हुंदी सीगी ਜਿਹੜੀ ਥਰੋਨ ਦਾ ਅਧਿਕਾਰ, ਤਖਤ ਦਾ ਉੱਤਰਾਧਿਕਾਰੀ ਜਿਹੜਾ ਹੁੰਦਾ ਸੀ ਉਹ ਪਿਤਰਵੰਸ਼ੀ ਹੁੰਦਾ ਸੀ। ਇਹ ਵੀ ਬਿਲਕੁਲ ਸਹੀ ਹੈਗਾ, ਬੋਥ 1 ਐਂਡ 2 ਆ ਜਾਏਗਾ ਆਨਸਰ। ਜਿਹੜਾ ਸਤਿਵਾਹਨਾ ਡਾਇਨੈਸਟੀ ਸੀਗੀ ਉਹ ਸੀਗੀ ਜੀ 60 BC ਤੋਂ ਲੈ ਕੇ 225 AD ਤੱਕ, ਤੇ ਇਹਦੇ ਫਾਊਂਡਰ ਜਿਹੜੇ ਸੀਗੇ ਉਹਨਾਂ ਦਾ ਨਾਮ ਸੀਗਾ ਸਿਮੁਖਾ। फर्स्ट कैपिटल सीगी इन्हां दी धरनी कोटा, जिहड़ी कि अमरावती दे नेड़े हैगी है, ते लेटर वो शिफ्ट कर दी गई सी कैपिटल, ते वो रखी गई सी प्रतिष्ठाना नूं। नेक्स्ट क्वेश्चन, अकॉर्डिंग टू बुद्धिस्ट टेक्स्ट हु वाज द फर्स्ट वूमन टू एंटर संघ एंड ऑर्डेन्ड एज भिक्षुनी। कहंदे बुद्धिस्ट दे टेक्स्ट दे अकॉर्डिंग, बुद्धिस्ट दी किताबां दे अकॉर्डिंग ਉਹਨਾਂ ਦੇ ਵਿੱਚ ਕੀ ਲਿਖਿਆ ਕਿ ਫਰਸਟ ਵੂਮਨ ਕਿਹੜੀ ਸੀ ਜਿਹੜੀ ਕਿ ਸੰਘ ਦੇ ਵਿੱਚ ਐਂਟਰ ਹੋਈ ਸੀਗੀ ਤੇ ਉਹਨੇ ਭਿਖੁਨੀ ਆਰਡੇਨ ਕਰ ਲਈ ਸੀ। सो वो सीगी जी ऑप्शन बी महाप्रजापति गौतमी, जेड़ी की स्टेप मदर सी बुद्धा दी, स्टेप मदर सी बुद्धा दी ते मैटरनल आंट भी कह सकते हो उन्होंने कि मैटरनल आंट सी ते स्टेप मदर सीगी। यानी कि इदा भी कह सकते कि दो भैन जी है बुद्धा दे पापा नूं व्याहे हुए सी। मैच द फॉलोइंग, हुण एक साइड ते हैगे फॉरेन ट्रैवलर्स, दूसरी साइड ते कंट्री ऑफ ओरिजिन, यानी कि ये वाले फॉरेन ट्रैवलर्स जिहड़े ने वो किहड़ी कंट्री तो बिलोंग करते ने। देख लेने एक बारी, जिहड़े पहले ने अफनासी निकितन, वो जिहड़े हैगे ने रशिया तो बिलोंग करते ने, रशियन मर्चेंट सीगे, ते वन ऑफ द फर्स्ट यूरोपियन टू ट्रैवल टू इंडिया। सो रशियन ट्रैवलर सी, रशियन मर्चेंट सी। दूसरे हैगे डोटे बरबरोसा, जेड़े कि पर्तुगीज राइटर सीगे, ए मर्चेंट सी, ए राइटर सी, सेकंड वाले। थर्ड हैगे पीटर मंडी, जेड़े कि 17th सेंचुरी ब्रिटिश मर्चेंट ट्रेडर सीगे, ट्रैवलर सी, राइटर सी, इंग्लैंड तो हो गए। ते जेड़े एंटोनियो मॉन्सेरेट सीगे वो बिल्कुल सही है, लगाया हुआ है इन्होंने स्पेनिश ते स्पेनिश मिशनरी सीगे। सो ਇਹਦਾ आंसर ਜਿਹੜਾ आएगा 2314, वो हैगा है ऑप्शन डी। नेक्स्ट क्वेश्चन, Emperor Akbar classified the lands in various categories and fixed different revenues to be paid by each. In this context, examine which of the following defines polage land। कहंदे ਜਿਹੜੇ ਅਕਬਰ ਸੀਗਾ ਉਹਨੇ ਕਲਾਸੀਫਾਈ ਕੀਤਾ ਸੀ ਜ਼ਮੀਨ ਨੂੰ ਵੇਰੀਅਸ ਕੈਟਾਗਰੀਜ਼ ਦੇ ਹਿਸਾਬ ਨਾਲ ਤੇ ਫਿਕਸਡ ਡਿਫਰੈਂਟ ਰੈਵਨਿਊ ਟੂ ਬੀ ਪੇਡ ਬਾਈ ਈਚ, ਡਿਫਰੈਂਟ ਰੈਵਨਿਊ ਕਲੈਕਟ ਕਰਨ ਲਈ ਫਿਕਸ ਕੀਤਾ ਹੋਇਆ ਸੀ। ਕਹਿੰਦੇ ਇਸ ਕੰਟੈਕਸਟ ਦੇ ਅਕੋਰਡਿੰਗ ਜਿਹੜਾ ਪੋਲਜ ਲੈਂਡ ਹੈ ਉਹ ਕਿਹਨੂੰ ਕਹਿੰਦਾ ਸੀ ਅਕਬਰ। ਸੋ ਇਹਦਾ ਆਨਸਰ ਜਿਹੜਾ ਹੋਏਗਾ
ਉਹ ਹੋਏਗਾ ਆਪਸ਼ਨ ਏ, land which is annually cultivated for each crop in succession and is never allowed to lie fallow। ਹੁਣ ਸਮਝ ਲੈਂਦੇ ਆ ਕਿ ਕਿਹੜੀ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਹੋਇਆ ਸੀ। ਸੋ ਟੋਟਲ ਅਕਬਰ ਨੇ 4 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਸੀ ਲੈਂਡ ਨੂੰ। ਪਹਿਲੀ ਸੀ ਪੋਲਸ਼ ਲੈਂਡ। ਪੋਲਸ਼ ਲੈਂਡ ਜਿਹੜੀ ਹੁੰਦੀ ਸੀ ਰੈਗੂਲਰਲੀ ਕਲਟੀਵੇਟ ਕੀਤੀ ਜਾਂਦੀ ਸੀ ਤੇ ਯੀਲਡਡ ਕ੍ਰੌਪ ਰੈਗੂਲਰਲੀ ਕੀਤੀ ਜਾਂਦੀ ਸੀ। ਦੂਸਰੀ ਹੁੰਦੀ ਸੀ ਪਰੋਤੀ ਲੈਂਡ, ਜਿਹਨੂੰ ਕਿ ਪਰੋਤੀ ਲੈਂਡ ਵਾਸ ਲੈਫਟ ਅਨਕਲਟੀਵੇਟਡ ਆਫਟਰ ਐਵਰੀ ਕ੍ਰੌਪ ਟੂ ਰੀਗੇਨ ਇਟਸ ਪ੍ਰੋਡਕਟਿਵਿਟੀ। ਹਰ ਕ੍ਰੌਪ ਤੋਂ ਬਾਅਦ ਉਹਨੂੰ ਕਲਟੀਵੇਟਡ ਰੱਖ ਦਿੱਤਾ ਜਾਂਦਾ ਸੀ ਤਾਂ ਕਿ ਉਹਦੀ ਪ੍ਰੋਡਕਟਿਵਿਟੀ ਜਿਹੜੀ ਹੈ ਉਹ ਦੇਖੀ ਜਾਵੇ। ਪਹਿਲੀ ਸੀ ਪੋਲਸ਼ ਲੈਂਡ, ਦੂਸਰੀ ਸੀ ਪਰੋਤੀ ਲੈਂਡ, ਤੀਸਰੀ ਸੀ ਛੱਛਰ ਲੈਂਡ ਜਿਹਦਾ ਮਤਲਬ ਸੀਗਾ ਵਾਸ ਲੈਫਟ ਅਨਕਲਟੀਵੇਟਡ ਫॉर 3 to 4 ਇਅਰਸ ਤੇ ਚੌਥੀ ਸੀਗੀ ਬੰਜਰ ਲੈਂਡ। ਬੰਜਰ ਲੈਂਡ ਵਾਸ ਲੈਫਟ ਅਨਕਲਟੀਵੇਟਡ ਫॉर more than 4 ਇਅਰਸ। ਸੋ ਇਹਦਾ ਆਂਸਰ ਆ ਜਾਏਗਾ ਆਪਸ਼ਨ ਏ। The Disorders Inquiry Committee 1919-1920 headed by Lord Hunter was constituted to investigate the disturbances in Bombay, Delhi and Punjab, their causes and measures taken to cope with them. Which of the following were not member of the committee? ਕਹਿੰਦੇ ਇੱਕ Disorder Inquiry Committee ਬਣਾਈ ਗਈ ਸੀ ਜਿਹਨੂੰ ਕਿ ਹੈਡਡ ਕਰ ਰਿਹਾ ਸੀਗਾ ਯਾਨੀ ਕਿ ਲੀਡ ਕਰ ਰਿਹਾ ਸੀ ਲॉर्ड ਹੰਟਰ। 1919 ਤੋਂ 1920 ਦੇ ਵਿੱਚ ਬਣੀ ਸੀ ਕਿ ਇਨਵੈਸਟੀਗੇਟ ਕਰਨਾ ਕੀ ਸੀ ਕਿ ਜਿਹੜੀ ਡਿਸਟਰਬੈਂਸਿਸ ਆ ਰਹੀਆਂ ਬੰਬੇ, ਦਿੱਲੀ ਤੇ ਪੰਜਾਬ ਦੇ ਵਿੱਚ ਉਹਦੇ ਕਾਜ਼ਸ ਕੀ ਨੇ, ਮੇਜਰਸ ਕੀ ਨੇ ਤੇ ਉਹਨਾਂ ਨੂੰ ਕਿੱਦਾਂ ਕੋਪ ਕੀਤਾ ਜਾ ਸਕਦਾ ਹੈ, ਕੋਪ ਅਪ ਕਿੱਦਾਂ ਕੀਤਾ ਜਾ ਸਕਦਾ ਉਹਨਾਂ ਨੂੰ। ਸੋ ਇਹ ਕੁਝ ਮੈਂਬਰਸ ਦਿੱਤੇ ਨੇ, ਆਪਾਂ ਦੇਖਣਾ ਇਹਨਾਂ ਦੇ ਵਿੱਚੋਂ ਕਿਹੜਾ ਮੈਂਬਰ ਉਸ ਕਮੇਟੀ ਦਾ ਨਹੀਂ ਸੀਗਾ। ਸੋ ਇਹਦਾ ਆਪਸ਼ਨ ਦੇਖ ਲੈਂਦੇ ਜਸਟਿਸ ਜੇਸੀ ਰੰਕਿਨ, ਇਹ ਸੀਗੇ ਚਿਮਨ ਲਾਲ ਹਰੀਲਾਲ ਸੇਤਾਲਵਾੜ, ਇਹ ਵੀ ਸੀਗੇ ਪੰਡਿਤ ਜਗਤ ਨਾਰਾਇਣ, ਇੰਡੀਅਨਸ ਵੀ ਸੀਗੇ ਇਸ ਕਮੇਟੀ ਦੇ ਅੰਦਰ। ਚੌਥੇ ਸੀਗੇ ਸੁਲਤਾਨ ਸ਼ਮਸ਼ੇਰ ਬਿੰਗ, ਇਹ ਜਿਹੜੇ ਨੇ ਇਹੀ ਆ ਜਾਏਗਾ ਓਨਲੀ 4 ਆਏਗਾ ਇਹਦਾ ਆਂਸਰ। WF ਰਾਈਸ ਵੀ ਸੀਗੇ। ਸੋ ਓਨਲੀ 4 ਇਹਦਾ ਆਂਸਰ ਆ ਜਾਏਗਾ। ਫਾਰਮੇਸ਼ਨ ਆਫ ਕਮੇਟੀ ਕਦੋਂ ਹੋਈ ਸੀ? 14 ਅਕਤੂਬਰ 1919। ਇਹਨੂੰ ਹੰਟਰ ਕਮਿਸ਼ਨ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ। ਅਰੇਂਜ ਦ ਫੋਲੋਇੰਗ ਇਨ ਅ ਕ੍ਰੋਨੋਲੋਜੀਕਲ ਆਰਡਰ, ਹੇਠ ਲਿਖਿਆਂ ਨੂੰ ਕਾਲਕ੍ਰਮ ਦੇ ਤਰਤੀਬ ਦੇ ਵਿੱਚ ਕਰੋ। ਸੋ ਵੇਵਲ ਪਲਾਨ ਮਤਲਬ ਸਭ ਤੋਂ ਪਹਿਲੇ ਜਿਹੜਾ ਹੋਇਆ ਉਹਨੂੰ ਸਟਾਰਟ ਕਰਦੇ ਹੋਏ ਸਭ ਤੋਂ ਐਂਡ ਤੱਕ ਜਾਣਾ ਹੈ। ਵੇਵਲ ਪਲਾਨ, ਪੂਨਾ ਪੈਕਟ, ਗਾਂਧੀ ਇਰਵਿਨ ਪੈਕਟ, ਇੰਡੀਵਿਜੂਅਲ ਸੱਤਿਆਗ੍ਰਹਿ, ਕਮਿਊਨਲ ਅਵਾਰਡ। ਸੋ ਆਪਾਂ ਦੇਖ ਲੈਂਦੇ ਆ ਸਭ ਤੋਂ ਪਹਿਲੇ ਜਿਹੜਾ ਸੀ ਗਾਂਧੀ ਇਰਵਿਨ ਪੈਕਟ ਹੋਇਆ ਸੀਗਾ। ਕਦੋਂ ਹੋਇਆ ਸੀ? 5 ਮਾਰਚ 1931 ਨੂੰ ਹੋਇਆ ਸੀ, ਬਿਫੋਰ ਸੈਕੰਡ ਰਾਉਂਡ ਟੇਬਲ ਕਾਨਫਰੰਸ ਇਨ ਲੰਡਨ। ਉਸ ਤੋਂ ਬਾਅਦ ਆਏਗਾ ਜੀ ਕਮਿਊਨਲ ਅਵਾਰਡ ਜਿਹੜੇ ਕਿ 16 ਅਗਸਤ 1932 ਨੂੰ ਹੋਏ ਸੀ। ਉਸ ਤੋਂ ਬਾਅਦ ਆਏਗਾ ਪੂਨਾ ਪੈਕਟ ਜਿਹੜਾ ਕਿ ਹੋਇਆ ਸੀਗਾ ਸੈਪਟੈਂਬਰ 24 1932 ਤੇ ਉਸ ਤੋਂ ਬਾਅਦ ਇੰਡੀਵਿਜੂਅਲ ਸੱਤਿਆਗ੍ਰਹਿ ਜਿਹੜਾ ਕਿ 1940 ਦੇ ਵਿੱਚ ਹੋਇਆ ਸੀ। ਫਿਰ ਵੇਵਲ ਪਲਾਨ ਜਿਹੜਾ 1945 ਦੇ ਵਿੱਚ ਹੋਇਆ ਸੀ। ਸੋ ਇੱਥੇ ਜਿਹੜਾ ਕ੍ਰਮ ਬਣਿਆ ਉਹ ਬਣਿਆ ਜੀ 35241 ਆਪਸ਼ਨ ਏ। ਹੁਣ ਸਮਝ ਲੈਂਦੇ ਸੀਗਾ ਕਿ ਜਿਹੜਾ ਗਾਂਧੀ ਇਰਵਿਨ ਪੈਕਟ ਸੀਗਾ ਉਹ ਇੱਕ ਅਗਰੀਮੈਂਟ ਹੋਇਆ ਸੀ ਗਾਂਧੀ ਦੇ ਵਿੱਚ ਤੇ ਲਾਰਡ ਇਰਵਿਨ ਦੇ ਵਿੱਚ। ਸੋ ਇਸ ਲਈ ਇਹਨੂੰ ਗਾਂਧੀ ਇਰਵਿਨ ਪੈਕਟ ਕਿਹਾ ਜਾਂਦਾ ਹੈ। ਫਿਰ ਆਂਦਾ ਹੈ ਜੀ ਪੂਨਾ ਪੈਕਟ ਦੀ ਗੱਲ ਕਰੀਏ ਤਾਂ ਪੂਨਾ ਪੈਕਟ ਜਿਹੜਾ ਸੀਗਾ ਉਹ ਅਗਰੀਮੈਂਟ ਸੀਗਾ ਬਿਟਵੀਨ ਹਿੰਦੂ ਲੀਡਰਸ ਇਨ ਇੰਡੀਆ ਗ੍ਰਾਂਟਿੰਗ ਨਿਊ ਰਾਈਟਸ ਟੂ ਅਨਟਚੇਬਲ ਲੋ ਕਾਸਟ ਜਿਹੜੇ ਪੀਪਲ ਸੀਗੇ, ਅਨਟਚੇਬਲਸ ਜਿਹੜੇ ਸੀਗੇ, ਉਹਨਾਂ ਨੂੰ ਨਿਊ ਰਾਈਟਸ ਗ੍ਰਾਂਟ ਕੀਤੇ ਗਏ ਸੀਗੇ। ਸੋ ਉਹ ਸੀਗਾ ਪੂਨਾ ਪੈਕਟ। ਪੂਨਾ ਪੈਕਟ ਇਸ ਲਈ ਕਿਹਾ ਜਾਂਦਾ ਕਿਉਂਕਿ ਇਹ ਪੂਨੇ ਦੇ ਵਿੱਚ ਹੋਇਆ ਸੀ ਤੇ 24 ਸਤੰਬਰ 1932 ਨੂੰ ਹੋਇਆ ਸੀ। ਉਸ ਤੋਂ ਬਾਅਦ ਆਂਦਾ ਹੈ ਜੀ ਵੇਵਲ ਪਲਾਨ। ਵੇਵਲ ਪਲਾਨ ਜਿਹੜਾ ਸੀਗਾ 1945 ਦੇ ਵਿੱਚ ਹੋਇਆ ਸੀ। ਇਫ ਇੰਡੀਅਨ ਪੋਲੀਟੀਕਲ ਪਾਰਟੀਜ਼ ਵੁੱਡ ਹੈਲਪ ਬ੍ਰਿਟਿਸ਼ in war, then the British government would introduce constitutional reforms in India after the war। ਕਹਿੰਦੇ ਕਿ ਇੰਡੀਅਨ ਪੋਲੀਟੀਕਲ ਪਾਰਟੀਜ਼ ਅਗਰ ਹੈਲਪ ਕਰਦੀਆਂ ਬ੍ਰਿਟਿਸ਼ਰਸ ਦੀ ਲੜਾਈ ਦੇ ਵਿੱਚ ਤਾਂ ਉਸ ਤੋਂ ਬਾਅਦ ਲੜਾਈ ਤੋਂ ਬਾਅਦ ਬ੍ਰਿਟਿਸ਼ ਗਵਰਨਮੈਂਟ ਜਿਹੜੀ ਹੋਏਗੀ ਉਹ
ਕਨਸਟੀਟਿਊਸ਼ਨਲ ਰਿਫਾਰਮਸ ਜਿਹੜੇ ਨੇ ਉਹ ਇੰਟਰੋਡਿਊਸ ਕਰਦੇ ਕਿ ਇੰਡੀਆ ਦੇ ਵਿੱਚ। ਸੋ ਇਹ ਸੀਗਾ ਜੀ ਵੇਵਲ ਪਲਾਨ, ਜਿਹੜਾ ਕਿ 1945 ਦੇ ਵਿੱਚ ਹੋਇਆ ਸੀ। ਇੰਡੀਵਿਜੂਅਲ ਸੱਤਿਆਗ੍ਰਹਿ ਜਿਹੜਾ ਹੈ 1940 ਦੇ ਵਿੱਚ ਹੋਇਆ ਸੀ, ਤੇ ਇਹਦੇ ਵਿੱਚ ਸੀਗਾ ਕਿ ਬ੍ਰਿਟਿਸ਼ ਮੇਡ ਅਗਸਤ ਆਫਰ, ਬ੍ਰਿਟਿਸ਼ਰਸ ਨੇ ਇੱਕ ਅਗਸਤ ਆਫਰ ਕੱਢਿਆ ਸੀਗਾ, ਜਿਹਨੂੰ ਕਿ ਕਾਂਗਰਸ ਨੇ ਐਸ ਵੈਲ ਐਸ ਮੁਸਲਿਮ ਲੀਗ ਨੇ ਠੁਕਰਾ ਦਿੱਤਾ ਸੀਗਾ, ਡਿਕਲਾਈਨ ਕਰ ਦਿੱਤਾ ਸੀ, ਅਸੈਪਟ ਕਰਨੋਂ ਮਨਾ ਕਰ ਦਿੱਤਾ ਸੀ। ਫਿਫਥ ਹੈਗਾ ਕਮਿਊਨਲ ਅਵਾਰਡ, ਜਿਹੜਾ ਹੈ 16 ਅਗਸਤ 1932 ਨੂੰ ਨਿਕਲੇ ਸੀਗੇ। ਇਹਦੇ ਵਿੱਚ ਇੱਕ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਸੀਗੇ ਰਾਮਸੇ ਮੈਕਡੋਨਲਡ, ਉਹਨਾਂ ਨੇ ਇੱਕ ਅਵਾਰਡ ਲਾਂਚ ਕੀਤਾ ਸੀਗਾ, ਜਿਹਨੂੰ ਕਿ ਕਹਿੰਦੇ ਸੀ ਕਮਿਊਨਲ ਅਵਾਰਡ ਜਾਂ ਫਿਰ ਮੈਕਡੋਨਲਡ ਅਵਾਰਡ ਵੀ ਇਹਨੂੰ ਕਿਹਾ ਜਾਂਦਾ ਸੀ। ਸੋ ਜਿਹੜਾ ਸੀਕੁਐਂਸ ਹੈਗਾ ਉਹ ਬਣ ਜਾਏਗਾ 3 5 2 4 1। ਨੈਕਸਟ ਵੱਲ ਨੂੰ ਚੱਲਦੇ ਆ। ਨਿਊ ਲੈਂਪਸ ਫॉर ओल्ड, ਅ ਸੀਰੀਜ਼ ਆਫ ਆਰਟੀਕਲਸ ਕ੍ਰਿਟਿਸਾਈਜ਼ਿੰਗ ਮੋਡਰੇਟ ਪੋਲਿਟਿਕਸ ਵਾਸ ਆਥਰਡ ਬਾय, ਕਹਿੰਦੇ ਇੱਕ ਸੀਰੀਜ਼ ਚਲਾਈ ਗਈ ਸੀ ਆਰਟੀਕਲਸ ਦੀ, ਨਿਊ ਲੈਂਪਸ ਫॉर ओल्ड। ਉਹਨੂੰ ਕਿੰਨੇ ਆਥਰਾਈਜ਼ ਕੀਤਾ ਸੀ, ਆਥਰ ਕੌਣ ਸੀਗੇ ਉਹਨਾਂ ਦੇ? ਉਹ ਸੀਗੇ ਜੀ ਆਪਸ਼ਨ ਡੀ ਔਰੋਬਿੰਦੋ ਘੋਸ਼, ਤੇ ਇਹ ਪਬਲਿਸ਼ ਹੋਈ ਸੀ ਜੀ 1893 ਦੇ ਵਿੱਚ। During World War II, which of the following countries was invaded by Germany under the code name Operation Barbarossa? So Operation Barbarossa ਦੇ ਉੱਪਰ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਕੁਐਸਚਨ ਕੀਤਾ ਸੀਗਾ। Operation Barbarossa ਜਿਹੜਾ ਸੀਗਾ ਉਹ ਜਰਮਨੀ ਵੱਲੋਂ ਲਾਂਚ ਕੀਤਾ ਗਿਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਇਨਵੇਜਨ ਕਰਨੀ ਸੀ ਸੋਵੀਅਤ ਯੂਨੀਅਨ ਦੇ ਉੱਪਰ। ਸੋ ਇਹਦਾ ਆਨਸਰ ਹੋਏਗਾ ਆਪਸ਼ਨ ਬੀ ਸੋਵੀਅਤ ਯੂਨੀਅਨ। ਇਹ ਹੋਇਆ ਸੀ 22 ਜੂਨ 1941 ਨੂੰ, ਜਿਹਦੇ ਵਿੱਚ ਜਰਮਨ ਦਾ ਜਿਹੜਾ ਲੀਡਰ ਸੀਗਾ ਐਡੋਲਫ ਹਿਟਲਰ, ਉਹਨੇ ਲਾਂਚ ਕੀਤਾ ਸੀ ਆਪਰੇਸ਼ਨ ਬਰਬਰੋਸਾ। ਇਨਵੇਜਨ ਕੀਤੀ ਸੀ ਜਰਮਨੀ ਨੇ ਸੋਵੀਅਤ ਯੂਨੀਅਨ ਦੇ ਉੱਪਰ। Next, in 1942, Battle of Midway was fought between the naval forces of which of the following belligerent nations? ਕਹਿੰਦੇ ਕਿਹੜੇ ਦੋ ਨੇਸ਼ਨਸ ਦੇ ਵਿੱਚ ਨੈਵਲ ਫੋਰਸਿਸ ਦੀ ਲੜਾਈ ਹੋਈ ਸੀ, ਜਿਹਨੂੰ ਕਿ ਬੈਟਲ ਆਫ ਮਿਡਵੇ ਕਿਹਾ ਜਾਂਦਾ ਹੈ 1942 ਦੇ ਵਿੱਚ? ਤਾਂ ਉਹ ਸੀਗੀ ਜੀ ਜਾਪਾਨ ਤੇ ਯੂਐਸਏ ਦੇ ਵਿੱਚ। ਆਪਸ਼ਨ ਸੀ ਜਾਪਾਨ ਐਂਡ ਯੂਐਸਏ। 5 ਦਿਨ ਦੀ ਇਹ ਬੈਟਲ ਚੱਲੀ ਸੀ, ਜਿਹਨੂੰ ਬੈਟਲ ਆਫ ਮਿਡਵੇ ਕਿਹਾ ਜਾਂਦਾ, ਕਿਉਂਕਿ ਇਹ ਜਿਹੜੀ ਬੈਟਲ ਸੀਗੀ ਉਹ ਪੈਸੀਫਿਕ ਓਸ਼ਨ ਦੇ ਵਿਚਕਾਰ ਲੜੀ ਗਈ ਸੀ ਨੈਵਲ ਫੋਰਸਿਸ ਦੇ ਦੁਆਰਾ। ਨੈਕਸਟ 93rd क्वेश्चन, कंसीडर द फॉलोइंग स्टेटमेंट्स रिगार्डिंग रिवर ब्यास। सो रिवर ब्यास ਦੇ ਰਿਗਾਰਡਿੰਗ ਇਹ ਤਿੰਨ ਸਟੇਟਮੈਂਟਸ ਦਿੱਤੀਆਂ ਨੇ, ਆਪਾਂ ਦੇਖਣਾ ਇਹਨਾਂ ਦੇ ਵਿੱਚੋਂ ਕਿਹੜੀ ਕਰੈਕਟ ਨਹੀਂ ਹੈ, ਨਾਟ ਕਰੈਕਟ। ਪਹਿਲੀ ਆਪਸ਼ਨ ਜਿਹੜੀ ਹੈ ਉਹ ਹੈਗੀ ਰਿवर ब्यास ओरिजिनेट्स फ्रॉम बोरासा पास इन किन्नौर डिस्ट्रिक्ट हिमाचल प्रदेश। बिल्कुल गलत, क्योंकि ਆਪਾਂ ਪਿਛਲੇ ਕੁਐਸਚਨਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪੜਿਆ ਹੈ ਕਿ ਰਿਵਰ ब्यास ਜਿਹੜੀ ਹੈ ओरिजिनेट करती है रोहतांगला पास ਤੋਂ। ਸੋ ਇਹ ਤਾਂ ਬਿਲਕੁਲ ਗਲਤ ਹੋ ਗਿਆ ਫਰਸਟ। एंशियंट ਜਿਹੜਾ ਬਿਆਸ ਹੈ ਉਹਦਾ ਨਾਮ ਹੈਗਾ ਹੈ ਜੀ, ਗ੍ਰੀਕ ਨੇਮ ਹੈਗਾ ਹੈ ਹਾਈਫਿਸਿਸ, ਸੰਸਕ੍ਰਿਤ ਨਾਮ ਹੈਗਾ ਵਿਪਾਸ਼ਾ, ਤੇ ओरिजिनेट ਕਰਦੀ ਹੈ ਰੋਹਤਾਂਗਲਾ ਪਾਸ ਤੋਂ, ਜਿਹੜਾ ਕਿ ਵੈਸਟਰਨ ਹਿਮਾਲਿਆਸ ਦੇ ਵਿੱਚੋਂ ਨਿਕਲਦੀ ਹੈ। ਨੈਕਸਟ ਹੈ ਪੰਡੋਰ ਰਿਜ਼ਰਵਰ ਔਰ ਪੋਂਗ ਰਿਜ਼ਰਵਰ ਆਰ ਬਿਲਟ ओवर दिस रिवर। बिल्कुल सही, पौंड रिजर्वर आप आ भी पढ़िया कि पौंग रिजर्वर ਜਿਹੜਾ ਹੈਗਾ ਉਹ ਬਿਆਸ ਦਾ ਹੈ, ਪੰਡੋਰ ਰਿਜ਼ਰਵਰ ਵੀ ਬਿਆਸ ਦਾ ਹੀ ਹੈ। इट joins river सतलुज at हरिके पत्तन, ये भी बिल्कुल सही है। सो गलत आ जाएगा ओनली वन, ऑप्शन ए। मैच द फॉलोइंग, फिर मैच वाला क्वेश्चन आ गया। पहले है रिवर्स, दूसरे है एंशियंट नेम। ਇਹਦੇ ਉੱਪਰ ਆਪਾਂ ਪੂਰਾ ਲੈਕਚਰ ਕੀਤਾ ਹੈ ਕਿ ਕਿਹੜੀ ਰਿਵਰਸ ਜਿਹੜੇ ਹੈ ਕਿਹੜੇ ਉਹਨਾਂ ਦੇ ਐਂਸ਼ੀਅੰਟ ਨਾਮ ਹੈਗੇ ਆ। ਜਿਹੜੀ ਬਿਆਸ ਹੈ ਹੁਣੇ ਪਿੱਛੇ ਡਿਸਕਸ ਕੀਤਾ ਉਹ ਹੈਗੀ ਹੈ ਵਿਪਾਸ਼ਾ। ਸੋ ਪਹਿਲੇ ਆ ਗਿਆ 2, ਆਪਸ਼ਨ ਬੀ ਤੇ ਡੀ ਕੱਟ ਗਿਆ। ਨੈਕਸਟ ਹੈਗੀ ਹੈ ਰਾਵੀ। ਰਾਵੀ ਨੂੰ ਕਹਿੰਦੇ ਨੇ ਪੁਰੁਸ਼ਨੀ। ਬੈਟਲ ਆਫ ਰਾਵੀ ਹੋਈ ਸੀ, ਬੈਟਲ ਆਫ ਪੁਰੁਸ਼ਨੀ ਵੀ ਕਿਹਾ ਜਾਂਦਾ ਜਿਹਨੂੰ, ਬੈਟਲ ਆਫ 10 ਕਿੰਗਸ। ਸੋ ਰਾਵੀ ਪੁਰੁਸ਼ਨੀ 2 3, ਆਪਸ਼ਨ ਸੀ। ਇਸ ਤਰੀਕੇ ਨਾਲ ਆਪਾਂ ਨਿਕਾਲ ਸਕਦੇ ਹਾਂ, ਚੈੱਕ ਕਰ ਲੈਂਦੇ ਹਾਂ। ਬਿਆਸ ਨੂੰ ਵਿਪਾਸ਼ਾ ਕਹਿੰਦੇ, ਰਾਵੀ ਨੂੰ ਪੁਰੁਸ਼ਨੀ, ਚੇਨਾਬ ਨੂੰ ਅਸਕਿਨੀ ਬੋਲਿਆ ਜਾਂਦਾ ਹੈ, ਤੇ ਝੇਲਮ ਨੂੰ ਵਿਤਸਤਾ ਬੋਲਿਆ ਜਾਂਦਾ। ਬਿਲਕੁਲ ਸਹੀ। The Battle of Balakot was fought in 1831 AD between the forces of, ਕਹਿੰਦੇ Battle of Balakot ਹੋਈ ਸੀਗੀ 1831 AD ਦੇ ਵਿੱਚ। ਉਹ ਕਿਹਨਾਂ ਦੇ ਵਿੱਚ ਹੋਈ ਸੀ? ਉਹ ਹੋਈ ਸੀ ਜੀ ਆਪਸ਼ਨ ਡੀ ਮਹਾਰਾਜਾ ਰਣਜੀਤ ਸਿੰਘ ਤੇ ਸੈਯਦ ਅਹਿਮਦ ਬਰੇਲਵੀ ਦੇ ਵਿਚਕਾਰ। ਸੋ ਇਹਦੇ ਵਿੱਚ ਕੀ ਹੋਇਆ ਸੀ, ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਉਹ ਜਿੱਤ ਗਏ ਸੀ, ਯਾਨੀ ਕਿ ਸਿੱਖ ਪੀਪਲ ਜਿਹੜੇ ਉਹ ਜਿੱਤ ਗਏ ਸੀ, ਤੇ ਸੈਯਦ ਅਹਿਮਦ ਜਿਹੜੇ ਬਰੇਲਵੀ ਸੀਗੇ ਤੇ ਉਹਨਾਂ ਦੀ ਜਿਹੜੀ ਫੌਜ ਸੀਗੀ ਸਾਰੀ ਮਾਰੀ ਗਈ ਸੀ।
97th क्वेश्चन, मैच द फॉलोइंग, फिर मैचिंग द क्वेश्चन आ गया। असेंबली कॉन्स्टिट्यूएंसी ਦਿੱਤੀ ਹੈ ਤੇ ਡਿਸਟ੍ਰਿਕਟ ਦਿੱਤੀ ਹੈ। ਸੋ ਅਸੈਂਬਲੀ ਕॉन्स्टिट्यूएंसीज ਦੇ ਵਿੱਚ ਸਭ ਤੋਂ ਪਹਿਲੇ ਹੈਗੇ ਨਿਹਾਲ ਸਿੰਘ ਵਾਲਾ, ਡਿਸਟ੍ਰਿਕਟ ਜਿਹੜੀ ਹੈਗੀ ਆ ਉਹ ਇਹਦੀ ਹੋਏਗੀ ਮੋਗਾ, ऑप्शन बी या फिर ऑप्शन डी। नेक्स्ट है शुतराना, ਜਿਹੜੇ ਕਿ ਜਿਨ੍ਹਾਂ ਦੀ ਹੋਏਗੀ ਪਟਿਆਲਾ, 5-4, ऑप्शन बी। चेक कर लेने आ, निहाल सिंह वाला मोगा, शुतराना पटियाला, छब्बेवाल हुशियारपुर एंड दिरबा ਜਿਹੜੇ ਹੈਗਾ ਉਹ ਹੈਗਾ ਹੈ ਸੰਗਰੂਰ। बिल्कुल सही। कंसीडर द फॉलोइंग स्टेटमेंट्स, स्टेटमेंट्स देखनी है, इन्होंने विचों करेक्ट देखने हैं। HMEL इज डिवेलपिंग तलवंडी साबो एंड थर्मल पावर प्लांट, कहते HMEL जिहड़ा है वो डिवेलप कर रहा है तलवंडी साबो थर्मल पावर प्लांट। सो ये जिहड़ा हैगा है बिल्कुल गलत है। जिहड़ा तलवंडी साबो पावर प्रोजेक्ट हैगा वो कोल बेस्ड सुपर क्रिटिकल थर्मल पावर प्लांट हैगा, जिहड़ा कि बानावाला विलेज दे विच है, मानसा डिस्ट्रिक्ट दे विच, इंडियन स्टेट ऑफ पंजाब। उस तो बाद L&T पावर डेवलपमेंट लिमिटेड इज डेवलपिंग राजपुरा थर्मल पावर प्लांट, ये बिल्कुल सही है। नेक्स्ट, फ्यूल सप्लाई फॉर राजपुरा थर्मल पावर प्लांट विल बी गिवन बाय महानदी कोलफील्ड लिमिटेड, जिन्हों MCL भी कहा जाता है, वेयर एज फॉर तलवंडी साबो थर्मल पावर प्लांट इट विल बी गिवन बाय साउथ ईस्टर्न कोस्टफील्ड लिमिटेड, ये गलत है। ऑप्शन 2, ओनली 2 आ जाएगा इत्थे, ऑप्शन डी। सो थैंक यू सो मच गाइज, आई होप जिन्हें क्वेश्चंस किते ने क्लियर होए होंगे। जिन्हों ने सबसक्राइब नहीं किया जाके सब तो पहले सबसक्राइब कर लो, ताकि तुहानू आने वाली वीडियोस की नोटिफिकेशन जिहड़ी हैगी है आंदी रहे। मिलते हैं नेक्स्ट वीडियो दे विच, तद तक पढ़ते रहो तो अपना ख्याल रखो। टेक केयर, बाय बाय।